गुड मॉर्निंग डियर स्टूडेंट्स। हाँ जी बेटा जी, अज आपां तुहाडे ग्रैमर सैक्शन दे विचों कहानी रचना करांगे। किहड़ी रचना करांगे? कहानी रचना। बेटा जी तुहाडी अज दी कहानी है लूमड़ी अते ਕਾਂ। बेटा जी कहानी आरंभ करन तो पहलां मैं तुहानूं कहानी रचना बारे कुछ दसना चाहांगी। हाँ जी बेटा जी, कहानी रचना अपने आप दे विच एक मनोरंजक कला है। कहानी रचना अपने आप दे विच की है? एक मनोरंजक कला है। इस कला नूं सीखण लई लिखती अभ्यास की बहुत लोड़ पैंदी है। ਜਿਹੜੀ ਆਪਾਂ ਜਦੋਂ ਕਹਾਣੀਆਂ ਲਿਖਣੀਆਂ ਸਿੱਖਣੀਆਂ ਹੁੰਦੀਆਂ ਹਨ, ਇਹਨਾਂ ਨੂੰ ਲਿਖਣਾ ਸਿੱਖਣ ਲਈ ਸਾਨੂੰ ਕਿਸ ਚੀਜ਼ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ? ਰਿਟਨ ਪ੍ਰੈਕਟਿਸ ਕਰਨੀ ਪੈਂਦੀ ਹੈ। ਮੀਨਸ ਕਹਾਣੀਆਂ ਨੂੰ ਲਿਖਣ ਦੀ ਬਹੁਤ ਜ਼ਿਆਦਾ ਪ੍ਰੈਕਟਿਸ ਕਰਨੀ ਪੈਂਦੀ ਹੈ। ਬੇਟਾ ਜੀ ਦੇਖੋ, ਜਿਹੜੀਆਂ ਕਹਾਣੀਆਂ ਹਨ ਉਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਸਾਹਿਤਿਕ ਕਹਾਣੀਆਂ ਅਤੇ ਪੰਚਤੰਤਰ ਕਹਾਣੀਆਂ। ਬੇਟਾ ਜੀ ਜਿਹੜੀਆਂ ਸਾਹਿਤਿਕ ਕਹਾਣੀਆਂ ਹਨ, ਇਹਨਾਂ ਕਹਾਣੀਆਂ ਦਾ ਸੰਬੰਧ ਸਾਹਿਤ ਨਾਲ ਹੁੰਦਾ ਹੈ। ਬੇਟਾ ਜੀ ਇਹ ਸਾਹਿਤਿਕ ਕਹਾਣੀਆਂ ਦੇ ਪਾਤਰ ਜਿਹੜੇ ਆ, ਇਹਨਾਂ ਦੇ ਵਿੱਚ ਰਾਜੇ ਮਹਾਰਾਜੇ, ਠੀਕ ਹੈ, ਆਪਣੇ ਸਿੱਖ ਧਰਮ ਦੇ ਮਹਾਨ ਸ਼ਖਸੀਅਤਾਂ, ਹਿੰਦੂ ਧਰਮ ਦੀਆਂ ਮਹਾਨ ਸ਼ਖਸੀਅਤਾਂ, ਇਹਨਾਂ ਸ਼ਖਸੀਅਤਾਂ ਨਾਲ ਸੰਬੰਧਿਤ ਜਿਹੜੀਆਂ ਕਹਾਣੀਆਂ ਹੁੰਦੀਆਂ ਹਨ ਉਹ ਸਾਹਿਤਿਕ ਕਹਾਣੀਆਂ ਹੁੰਦੀਆਂ ਹਨ। ਅਤੇ ਦੂਜੀਆਂ ਕਹਾਣੀਆਂ ਹੁੰਦੀਆਂ ਹਨ ਪੰਚਤੰਤਰ ਦੀਆਂ ਕਹਾਣੀਆਂ। ਜਿਹੜੀਆਂ ਪੰਚਤੰਤਰ ਦੀਆਂ ਕਹਾਣੀਆਂ ਹਨ ਨਾ, ਇਹ ਕਹਾਣੀਆਂ ਦੇ ਜਿਹੜੇ ਮੁੱਖ ਪਾਤਰ ਹਨ, ਇਹ ਮੁੱਖ ਪਾਤਰ ਜਾਨਵਰ ਅਤੇ ਪੰਛੀ ਹੁੰਦੇ ਹਨ। ਪੰਚਤੰਤਰ ਕਹਾਣੀਆਂ ਦੇ ਮੁੱਖ ਪਾਤਰ ਕੌਣ ਹੁੰਦੇ ਹਨ? ਜਾਨਵਰ ਅਤੇ ਪੰਛੀ। ਬੇਟਾ ਜੀ ਜਿਹੜੀਆਂ ਪੰਚਤੰਤਰ ਕਹਾਣੀਆਂ ਹੁੰਦੀਆਂ ਹਨ, ਇਹ ਨੈਤਿਕਤਾ ਦੇ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਭਾਵ ਇਹ ਬਹੁਤ ਹੀ ਜ਼ਿਆਦਾ ਮਤਲਬ ਸਿੱਖਿਆਦਾਇਕ ਹੁੰਦੀਆਂ ਹਨ ਅਤੇ ਬੱਚਿਆਂ ਦੇ ਜਿਹੜਾ ਮਾਨਸਿਕ ਪੱਧਰ ਆ ਉਹਦਾ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈ। ਕਿਹੜੀਆਂ ਕਹਾਣੀਆਂ ਨਾਲ? ਪੰਚਤੰਤਰ ਦੀਆਂ ਕਹਾਣੀਆਂ ਨਾਲ। ਬੇਟਾ ਜੀ ਕਹਾਣੀ ਲਿਖਣ ਲਈ ਸਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ ਕਹਾਣੀ ਦੇ ਵਾਕ ਕੀ ਆ? ਸਰਲ ਅਤੇ ਛੋਟੇ ਹੋਣੇ ਚਾਹੀਦੇ ਹਨ। ਕਹਾਣੀ ਦੇ ਵਾਕ ਸਰਲ ਅਤੇ ਛੋਟੇ ਹੋਣੇ ਚਾਹੀਦੇ ਹਨ। ਕਹਾਣੀ ਹਮੇਸ਼ਾ ਭੂਤਕਾਲ ਵਿੱਚ ਲਿਖੀ ਜਾਣੀ ਚਾਹੀਦੀ ਹੈ। ਕਹਾਣੀ ਹਮੇਸ਼ਾ ਭੂਤਕਾਲ ਵਿੱਚ ਲਿਖੀ ਜਾਣੀ ਚਾਹੀਦੀ ਹੈ। ਕਹਾਣੀ ਨੂੰ ਛੋਟੇ ਛੋਟੇ ਵਾਕਾਂ ਰਾਹੀਂ ਅਤੇ ਪੈਰੇ ਬਣਾ ਕੇ ਲਿਖਣਾ ਚਾਹੀਦਾ ਹੈ। ਕਹਾਣੀ ਨੂੰ ਹਮੇਸ਼ਾ ਜਿਹੜੇ ਕਹਾਣੀ ਦੇ ਵਾਕ ਆ ਉਹ ਕੀ ਆ? ਛੋਟੇ ਛੋਟੇ। ਮੀਨਸ ਜਿਹੜੇ ਸੈਂਟੈਂਸ ਆ ਉਹ ਛੋਟੇ ਛੋਟੇ ਹੋਣੇ ਚਾਹੀਦੇ ਹਨ ਅਤੇ ਹਮੇਸ਼ਾ ਕਹਾਣੀ ਨੂੰ ਪੈਰੇ ਬਣਾ ਕੇ ਲਿਖਣਾ ਚਾਹੀਦਾ ਆ, ਠੀਕ ਹੈ। ਕਹਾਣੀ ਵਿੱਚ ਪਾਤਰਾਂ ਦੀ ਆਪਸੀ ਵਾਰਤਾਲਾਪ ਵੀ ਕਰਵਾਈ ਜਾਣੀ ਚਾਹੀਦੀ ਆ। ਮੀਨਸ ਜਿੱਦਾਂ ਕਹਾਣੀ ਦੇ ਵਿੱਚ ਜਿਹੜੇ ਪਾਤਰ ਆ, ਕਰੈਕਟਰ ਆ, ਉਹਨਾਂ ਦੇ ਵਿੱਚ ਆਪਸੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਅਤੇ ਕਹਾਣੀ ਲਿਖਦੇ ਸਮੇਂ ਸ਼ਬਦ ਜੋੜਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ਼ਬਦ ਜੋੜ ਸਮਝਦੇ ਹੋ? ਸ਼ੁੱਧ ਅਸ਼ੁੱਧ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਆ। ਕਹਾਣੀ ਦੇ ਵਿੱਚ ਹਮੇਸ਼ਾ ਸ਼ੁੱਧ ਸ਼ਬਦਾਂ ਦੀ ਹੀ ਵਰਤੋਂ ਹੋਣੀ ਚਾਹੀਦੀ ਹੈ, ਅਸ਼ੁੱਧ ਸ਼ਬਦ ਨਹੀਂ ਲਿਖੇ ਜਾਣੇ ਚਾਹੀਦੇ। ਕਹਾਣੀ ਦੀ ਭਾਸ਼ਾ ਸਰਲ, ਸੌਖੀ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਕਹਾਣੀ ਦੀ ਭਾਸ਼ਾ ਕਿਵੇਂ ਦੀ ਹੋਣੀ ਚਾਹੀਦੀ ਹੈ? ਸਰਲ, ਸੌਖੀ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਕਹਾਣੀ ਦੇ ਅੰਤ ਵਿੱਚ ਸਿੱਟਾ ਜ਼ਰੂਰ ਲਿਖਿਆ ਜਾਣਾ ਚਾਹੀਦਾ ਆ। ਕਹਾਣੀ ਦੇ ਅੰਤ ਵਿੱਚ ਕੀ ਲਿਖਿਆ ਜਾਣਾ ਚਾਹੀਦਾ ਆ? ਸਿੱਟਾ। ਮੀਨਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਉਹ ਜ਼ਰੂਰ ਲਿਖੀ ਜਾਣੀ ਚਾਹੀਦੀ ਹੈ। ਕਹਾਣੀ ਲਿਖਦੇ ਸਮੇਂ ਵਿਸ਼ਰਾਮ ਚਿੰਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਆ। ਜਿਵੇਂ ਵਿਸ਼ਰਾਮ ਚਿੰਨ੍ਹ ਤੁਹਾਨੂੰ ਪਤਾ ਹੀ ਆ, ਕੋਮਾ, ਬਿੰਦੀ, ਡੰਡੀ, ਪ੍ਰਸ਼ਨ ਚਿੰਨ੍ਹ, ਬ੍ਰੈਕਟਾਂ, ਠੀਕ ਹੈ ਨਾ। ਇਹਨਾਂ ਚਿੰਨ੍ਹਾਂ ਦਾ ਸਾਨੂੰ ਕੀ ਆ? ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਆ, ਠੀਕ ਹੈ। ਅਤੇ ਹਾਂਜੀ ਬੇਟਾ, ਇਹ ਸਨ ਤੁਹਾਡੀ ਕਹਾਣੀ ਲਿਖਣ ਲਈ ਜ਼ਰੂਰੀ ਗੱਲਾਂ। ਹਾਂਜੀ ਆਓ ਫਿਰ ਬੇਟਾ ਅੱਜ ਦੀ ਕਹਾਣੀ ਸਟਾਰਟ ਕਰਦੇ ਹਾਂ। ਅੱਜ ਦੀ ਕਹਾਣੀ ਕੀ ਹੈ? ਲੂੰਮੜੀ ਅਤੇ ਕਾਂ। ਦੇਖੋ, ਲੂੰਮੜੀ ਇੱਕ ਜਾਨਵਰ ਦਾ ਨਾਮ ਹੈ ਅਤੇ ਕਾਂ ਕੀ ਹੈ? ਇੱਕ ਪੰਛੀ। ਕਹਾਣੀ ਕਿਹਨਾਂ ਦੇ ਵਿਚਕਾਰ ਹੋ ਗਈ? ਜਾਨਵਰ ਅਤੇ ਇੱਕ ਪੰਛੀ ਦੇ ਵਿਚਕਾਰ। ਕਿਹਨਾਂ ਦੇ ਵਿਚਕਾਰ? ਲੂੰਮੜੀ ਅਤੇ ਕਾਂ। ਦੇਖੋ ਕਹਾਣੀ ਦਾ ਆਰੰਭ ਦੇਖੋ। ਦੂਰ ਕਿਸੇ ਜੰਗਲ ਦੇ ਵਿੱਚ ਇੱਕ ਲੂੰਮੜੀ ਰਹਿੰਦੀ ਸੀ। ਦੇਖੋ ਲੂੰਮੜੀ ਇੱਕ ਜਾਨਵਰ ਆ। ਜਿਹੜੇ ਜੰਗਲੀ ਜਾਨਵਰ ਆ ਉਹ ਕਿੱਥੇ ਰਹਿੰਦੇ ਹਨ? ਜੰਗਲ ਦੇ ਵਿੱਚ। ਅਤੇ ਲੂੰਮੜੀ ਕਿੱਥੇ ਰਹਿੰਦੀ ਸੀ? ਜੰਗਲ ਦੇ ਵਿੱਚ। ਇੱਕ ਵਾਰ ਉਸਨੂੰ ਬਹੁਤ ਭੁੱਖ ਲੱਗੀ। ਦੇਖੋ ਦਿਨ ਭਰ ਦੇ ਕੰਮ ਕਰਨ ਤੋਂ ਬਾਅਦ ਜਿੱਦਾਂ ਆਪਾਂ ਨੂੰ ਭੁੱਖ ਲੱਗਦੀ ਆ, ਇਵੇਂ ਹੀ ਜਾਨਵਰਾਂ ਨੂੰ ਵੀ ਭੁੱਖ ਲੱਗਦੀ ਹੈ ਨਾ। ਅਤੇ ਲੂੰਮੜੀ ਨੂੰ ਕੀ ਹੋਇਆ? ਬਹੁਤ ਜ਼ਿਆਦਾ ਭੁੱਖ ਲੱਗੀ। ਉਹ ਭੋਜਨ ਦੀ ਭਾਲ ਦੇ ਵਿੱਚ, ਭੋਜਨ ਸਮਝਦੇ ਹੋ, ਖਾਣੇ ਦੀ ਭਾਲ ਦੇ ਵਿੱਚ ਇੱਧਰ ਉੱਧਰ ਘੁੰਮਣ ਲੱਗੀ।
ਠੀਕ ਹੈ। ਪਰੰਤੂ ਉਸਨੂੰ ਭੋਜਨ ਕਿਤਿਓਂ ਵੀ ਨਾ ਮਿਲਿਆ, ਉਸਨੂੰ ਭੋਜਨ ਕਿਤਿਓਂ ਵੀ ਨਾ ਮਿਲਿਆ ਮੀਨਜ਼ ਉਹ ਭੋਜਨ ਨੂੰ ਲੱਭ ਰਹੀ ਸੀ, ਕਦੀ ਇੱਧਰ ਜਾ ਰਹੀ ਸੀ ਕਦੀ ਉੱਧਰ, ਬਟ ਉਹਨੂੰ ਖਾਣਾ ਕਿਤਿਓਂ ਵੀ ਨਹੀਂ ਮਿਲਿਆ। ਉਹ ਥੱਕ ਹਾਰ ਕੇ ਉਹ ਥੱਕ ਜਾਂਦੀ ਆ ਇੱਧਰ ਉੱਧਰ ਜਾ ਕੇ, ਉਹ ਥੱਕ ਹਾਰ ਕੇ ਕੀ ਕਰਦੀ ਆ, ਇੱਕ ਦਰਖਤ ਦੇ ਥੱਲੇ ਆ ਕੇ ਬੈਠ ਜਾਂਦੀ ਆ। ਦਰਖਤ ਮੀਨਜ਼ ਇੱਕ ਵੱਡਾ ਸਾਰਾ ਟਰੀ ਹੁੰਦਾ ਆ, ਹੈ ਨਾ, ਉਹਦੇ ਦਰਖਤ ਦੇ ਥੱਲੇ ਕੀ ਆ, ਬੈਠ ਜਾਂਦੀ ਹੈ। ਕੁਝ ਦੇਰ ਆਰਾਮ ਕਰਨ ਮਗਰੋਂ ਦੇਖੋ, ਉਹ ਦਰਖਤ ਦੇ ਥੱਲੇ ਬੈਠ ਕੇ ਆਰਾਮ ਕਰਦੀ ਆ। ਆਰਾਮ ਕਰਨ ਮਗਰੋਂ ਨਾ ਉਸਨੇ ਉਤਾਂਹ ਵੱਲ ਦੇਖਿਆ, ਉਤਾਂਹ ਸਮਝਦੇ ਹੋ, ਉੱਪਰ ਵੱਲ ਵੇਖਿਆ, ਉਸਨੂੰ ਇੱਕ ਕਾਂ ਵਿਖਾਈ ਦਿੱਤਾ। ਉਸਨੇ ਕੀ ਦੇਖਿਆ, ਕਾਂ। ਕਾਂ ਦੇ ਮੂੰਹ ਵਿੱਚ ਇੱਕ ਪਨੀਰ ਦਾ ਟੁਕੜਾ ਸੀ। ਕਾਂ ਦੇ ਮੂੰਹ ਵਿੱਚ ਕੀ ਸੀ, ਇੱਕ ਪਨੀਰ ਦਾ ਟੁਕੜਾ। ਦੇਖੋ ਕਾਂ ਨੂੰ ਵੀ ਭੁੱਖ ਲੱਗਦੀ, ਕਾਂ ਆਪਣੇ ਖਾਣੇ ਦਾ ਜੁਗਾੜ ਕਰਕੇ ਬੈਠਾ ਸੀ, ਪਨੀਰ ਦਾ ਟੁਕੜਾ ਲੈ ਕੇ ਬੈਠਾ ਸੀ। ਪਨੀਰ ਦਾ ਟੁਕੜਾ ਦੇਖ ਕੇ ਦੇਖੋ ਲੂੰਬੜੀ ਭੁੱਖੀ ਸੀ, ਜਿੱਦਾਂ ਹੁਣ ਜਦੋਂ ਆਪਾਂ ਨੂੰ ਭੁੱਖ ਲੱਗੀ ਹੋਵੇ, ਸਾਹਮਣੇ ਖਾਣਾ ਪਿਆ ਹੋਵੇ, ਮੂੰਹ 'ਚ ਪਾਣੀ ਆ ਜਾਂਦਾ ਨਾ, ਇਸੇ ਤਰ੍ਹਾਂ ਲੂੰਬੜੀ ਦੇ ਮੂੰਹ ਦੇ ਵਿੱਚ ਵੀ ਪਾਣੀ ਭਰ ਆਇਆ। ਠੀਕ ਹੈ। ਉਹ ਕਾਂ ਕੋਲੋਂ ਪਨੀਰ ਦਾ ਟੁਕੜਾ ਪ੍ਰਾਪਤ ਕਰਨ ਲਈ ਯੋਜਨਾਵਾਂ ਬਣਾਉਣ ਲੱਗੀ, ਸੋਚਣ ਲੱਗੀ ਕਿ ਇਹ ਜਿਹੜਾ ਨਾ ਕਿੱਦਾਂ ਮਤਲਬ ਵਿਉਂਤਾਂ ਮੀਨਜ਼ ਯੋਜਨਾਵਾਂ ਸਕੀਮਾਂ, ਠੀਕ ਹੈ, ਉਹ ਸੋਚਣ ਲੱਗੀ ਕਿ ਕਾਂ ਦੇ ਕੋਲੋਂ ਇਹ ਪਨੀਰ ਦਾ ਟੁਕੜਾ ਕਿਵੇਂ ਲਿਆ ਜਾਵੇ। ਠੀਕ ਹੈ। ਅਚਾਨਕ ਉਸਨੂੰ ਇੱਕ ਨਾ ਵਿਉਂਤ ਸੁੱਝੀ, ਮੀਨਜ਼ ਉਹਨੂੰ ਸਕੀਮ ਆ ਜਾਂਦੀ ਆ। ਉਸਨੇ ਨਾ ਕਾਂ ਦੀਆਂ ਝੂਠੀਆਂ ਹੀ ਸਿਫਤਾਂ ਸਮਝਦੇ ਹੋ ਨਾ, ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਠੀਕ ਹੈ। ਉਹ ਕਾਂ ਨੂੰ ਕਹਿਣ ਲੱਗੀ, ਵੀਰ ਕਾਵਾਂ ਤੇਰੀ ਤਾਂ ਆਵਾਜ਼ ਹੀ ਬੜੀ ਮਿੱਠੀ ਆ। ਦੇਖੋ ਜੋ ਕਹਿੰਦੇ ਹੁੰਦੇ ਨਾ, ਲੋੜ ਵੇਲੇ ਗਧੇ ਨੂੰ ਬਾਪ ਕਿਹਾ ਜਾਂਦਾ ਆ, ਉਹੀ ਗੱਲ ਲੂੰਬੜੀ ਕਰ ਰਹੀ ਆ। ਉਹ ਕਾਂ ਦੇਖੋ, ਕਾਂ ਦੀ ਆਵਾਜ਼ ਆਪਾਂ ਸਾਰਿਆਂ ਨੂੰ ਪਤਾ, ਕਾਂ ਨੂੰ ਖੁਦ ਵੀ ਪਤਾ ਕਿ ਉਹਦੀ ਆਵਾਜ਼ ਕਿਹੋ ਜਿਹੀ ਆ, ਹੈ ਨਾ। ਕੋਇਲ ਦੀ ਆਵਾਜ਼ ਤਾਂ ਸਭ ਨੂੰ ਮਿੱਠੀ ਲੱਗਦੀ, ਕਾਂ ਦੀ ਆਵਾਜ਼ ਥੋੜ੍ਹੀ ਮਿੱਠੀ ਲੱਗਦੀ ਆ, ਹੈ ਨਾ। ਉਹ ਕਹਿੰਦੀ, ਵੀਰ ਕਾਵਾਂ ਤੇਰੀ ਤਾਂ ਆਵਾਜ਼ ਹੀ ਬੜੀ ਮਿੱਠੀ ਆ, ਮੈਂ ਕਿੰਨੀ ਦੂਰ ਤੋਂ ਤੇਰੀ ਆਵਾਜ਼ ਸੁਣਨ ਲਈ ਆਈ ਹਾਂ, ਕਿਰਪਾ ਕਰਕੇ ਆਪਣੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾ ਦੇ। ਲੂੰਬੜੀ ਦੇਖੋ ਬੜੀ ਚਲਾਕ ਸੀ, ਉਹ ਕਾਂ ਨੂੰ ਨਾ ਝੂਠੀਆਂ ਤਾਰੀਫਾਂ ਕਰਕੇ ਉਹ ਸੋਚਦੀ ਹੈ ਵੀ ਕਿਸੇ ਤਰ੍ਹਾਂ ਪਨੀਰ ਦਾ ਟੁਕੜਾ ਲਿਆ ਜਾਵੇ। ਠੀਕ ਹੈ। ਕਾਂ ਵੀ ਦੇਖੋ ਲੂੰਬੜੀ ਦੇ ਮੂੰਹੋਂ ਸਿਫਤਾਂ ਸੁਣ ਕੇ ਕਾਂ ਵੀ ਬੜਾ ਖੁਸ਼ ਹੋ ਗਿਆ। ਕਾਂ ਨੂੰ ਇਹ ਭੁੱਲ ਜਾਂਦਾ ਵੀ ਸੱਚੀ ਮੁੱਚੀ ਉਹਦੀ ਆਵਾਜ਼ ਕਿਹੋ ਜਿਹੀ ਆ, ਉਹ ਤਾਂ ਬਸ ਉਹਦੀ ਝੂਠੀ ਤਾਰੀਫ ਦੇ ਵਿੱਚ ਆ ਜਾਂਦਾ ਕਿ ਸ਼ਾਇਦ ਸੱਚੀ ਲੂੰਬੜੀ ਨੂੰ ਮੇਰੀ ਆਵਾਜ਼ ਬੜੀ ਪਸੰਦ ਆ। ਜਦੋਂ ਲੂੰਬੜੀ ਨੇ 2-3 ਵਾਰ ਸਿਫਤਾਂ ਕੀਤੀਆਂ ਤਾਂ ਕਾਂ ਤੋਂ ਤਾਂ ਰਿਹਾ ਹੀ ਨਹੀਂ ਗਿਆ। ਕਾਂ ਸੋਚਦਾ ਵੀ ਮੈਂ ਤਾਂ ਲੂੰਬੜੀ ਦੀ ਫਰਮਾਇਸ਼ ਪੂਰੀ ਕਰ ਹੀ ਦੇਵਾਂ ਗਾਣਾ ਗਾ ਕੇ। ਠੀਕ ਹੈ। ਜਿਉਂ ਹੀ ਉਸਨੇ ਗੀਤ ਸੁਣਾਉਣ ਲਈ ਮੂੰਹ ਖੋਲ੍ਹਿਆ, ਉਸਦਾ ਪਨੀਰ ਦਾ ਟੁਕੜਾ ਥੱਲੇ ਡਿੱਗ ਪਿਆ। ਕਿੱਥੇ ਡਿੱਗ ਗਿਆ? ਥੱਲੇ। ਦੇਖੋ ਉਹਨੇ ਚੁੰਝ ਦੇ ਵਿੱਚ ਤਾਂ ਆਪਣਾ ਪਨੀਰ ਦਾ ਟੁਕੜਾ ਫਸਾਇਆ ਸੀ। ਜਦੋਂ ਉਹਨੇ ਗੀਤ ਗਾਉਣ ਲਈ ਪਨੀਰ ਦਾ ਟੁਕੜਾ ਮੂੰਹ ਖੋਲ੍ਹਿਆ ਅਤੇ ਦੈਨ ਪਨੀਰ ਦਾ ਟੁਕੜਾ ਕੀ ਸੀ? ਥੱਲੇ ਡਿੱਗ ਗਿਆ। ਲੂੰਬੜੀ ਨੇ ਪਨੀਰ ਦਾ ਟੁਕੜਾ ਖਾਧਾ ਅਤੇ ਤੁਰਦੀ ਬਣੀ। ਠੀਕ ਹੈ। ਅਤੇ ਜਦੋਂ ਕਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ, ਕਾਂ ਨੂੰ ਦੇਖਿਆ ਵੀ ਉਹ ਲੂੰਬੜੀ ਦਾ ਸਿਰਫ ਪਨੀਰ ਦਾ ਟੁਕੜਾ ਲੈਣਾ ਚਾਹੁੰਦੀ ਸੀ, ਹੈ ਨਾ। ਉਹਨੂੰ ਜਦੋਂ ਤੱਕ ਆਪਦੀ ਗਲਤੀ ਦਾ ਅਹਿਸਾਸ ਹੋਇਆ ਕਾਂ ਨੂੰ, ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਹਨੂੰ ਜਦੋਂ ਤੱਕ ਸਮਝ ਆਈ, ਉਦੋਂ ਤੱਕ ਕੀ ਸੀ, ਉਹਦਾ ਪਨੀਰ ਦਾ ਟੁਕੜਾ ਲੂੰਬੜੀ ਦੇ ਢਿੱਡ ਵਿੱਚ ਜਾ ਚੁੱਕਾ ਸੀ, ਹੈ ਨਾ। ਅਤੇ ਸਾਨੂੰ ਦੇਖੋ ਲੂੰਬੜੀ ਨੇ ਆਪਦਾ ਮਤਲਬ ਕੱਢਿਆ ਅਤੇ ਤੁਰਦੀ ਬਣੀ। ਸਿੱਖਿਆ ਦੇਖੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? ਝੂਠੀ ਪ੍ਰਸ਼ੰਸਾ ਤੋਂ ਬਚੋ। ਭਾਵ ਸਾਨੂੰ ਕਦੇ ਵੀ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਦੇ ਵਿੱਚ ਨਹੀਂ ਹੋਣਾ ਚਾਹੀਦਾ, ਕਦੇ ਵੀ ਝੂਠੀ ਪ੍ਰਸ਼ੰਸਾ ਦੇ ਵਿੱਚ ਨਹੀਂ ਆਉਣਾ ਚਾਹੀਦਾ। ਹਮੇਸ਼ਾ ਆਪਣੇ ਆਪ 'ਤੇ ਵਿਸ਼ਵਾਸ ਰੱਖੋ ਅਤੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ। ਪਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ, ਹੈ ਨਾ ਬੱਚਿਓ। ਅਤੇ ਤੁਸੀਂ ਹੁਣ ਦੱਸਾਂ ਕੀ ਕਰਨਾ ਆ? ਇਸ ਕਹਾਣੀ ਨੂੰ ਸੁੰਦਰ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ ਅਤੇ ਯਾਦ ਕਰਨਾ ਹੈ। ਠੀਕ ਹੈ ਨਾ। ਓਕੇ ਬੇਟਾ, ਧੰਨਵਾਦ।